ਅੱਜ ਪੰਜਾਬ ਦੀ ਧਰਤੀ ਤੇ ਹੜ੍ਹ ਆਇਆ ਹੋਇਆ ਹੈ। ਪਾਣੀ ਨੇ ਸਾਧ ਸੰਗਤ ਜੀ ਤਬਾਹੀ ਮਚਾਈ ਹੋਈ ਹੈ। ਪਿਛਲੇ ਸਮੇਂ ਤੁਸੀਂ ਇੱਕ ਪੰਜਾਬ ਦੇ ਵੱਡੇ ਸਿਆਸੀ ਆਗੂ ਦਾ ਬਿਆਨ ਪੜ੍ਹਿਆ ਸੀ। ਉਹਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਸ਼੍ਰੋਮਣੀ ਗੋਲਕ ਕਮੇਟੀ ਰੱਖ ਦੇਣਾ ਚਾਹੀਦਾ ਹੈ, ਤੇ ਨਾਲ ਬਹੁਤ ਟਿਚਰਾਂ ਤੇ ਮਖੌਲ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਸੰਗਤ ਗੋਲਕਾਂ ਵਿੱਚ ਮਾਇਆ ਨਾ ਪਾਵੇ ਤੇ ਯਾਦ ਰੱਖਣਾ ਕੋਈ ਵੀ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਹ ਮੈਂਬਰ ਬਣਨ ਲਈ ਤਿਆਰ ਨਾ ਰਵੇ। ਅੱਜ ਮੈਂ ਇਸ ਮੰਚ ਤੋਂ ਮਾਣ ਨਾਲ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਗੋਲਕਾਂ ਵਾਲੇ ਵੀ ਹਾਂ ਤੇ ਅਸੀਂ ਲੰਗਰਾਂ ਵਾਲੇ ਵੀ ਹਾਂ। ਸਤਿਕਾਰਯੋਗ ਸਾਧ ਸੰਗਤ, ਇਸ ਹੜ੍ਹ ਦੇ ਦਰਮਿਆਨ ਜਿੰਨੀ ਵੱਡੀ ਸੇਵਾ ਤੇ ਜਿੰਨੀ ਵੱਡੀ ਪਹਿਲ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ, ਅੱਜ ਤੱਕ ਸ਼ਾਇਦ ਕਿਸੇ ਸੰਸਥਾ ਨੇ ਜਾਂ ਕਿਸੇ ਸਰਕਾਰ ਨੇ ਨਹੀਂ ਕੀਤੀ। ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਗੁਰੂ ਘਰ ਨੇ, ਲੋਕਲ ਕਮੇਟੀਆਂ ਨੇ, ਉਥੋਂ ਦੇ ਸਾਧ ਸੰਗਤ ਸੇਵਾਦਾਰ ਮੈਨੇਜਰ ਉਹ ਇੱਕ ਆਮ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣ ਕੇ ਤੇ ਵਲੰਟੀਅਰ ਸਾਧ ਸੰਗਤ ਜੀ ਉਹ ਪਿੰਡੋਂ ਪਿੰਡ ਹੜ੍ਹਾਂ ਵਿੱਚ ਜਿਹੜੇ ਘਿਰੇ ਹੋਏ ਸਾਡੇ ਗਰੀਬ ਵਿਚਾਰੇ ਲਾਚਾਰ ਲੋਕ ਨੇ ਉਹਨਾਂ ਦੀ ਬਾਹ ਫੜਦੇ ਪਏ ਨੇ ਤੇ ਉਹਨਾਂ ਤੱਕ ਲੰਗਰ ਪਹੁੰਚਾਉਂਦੇ ਪਏ ਹਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਹੈ ਕਿ ਧੌਲ ਧਰਮ ਦਇਆ ਕਾ ਪੂਤ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਤੇ ਲੋਕਾਂ ਨੇ ਕਿਹਾ ਇਹ ਧਰਤੀ ਇੱਕ ਬਲਦ ਦੇ ਸਿੰਘਾਂ ਤੇ ਖੜੀ ਹੈ। ਮਹਾਰਾਜ ਨੇ ਕਿਹਾ ਬਲਦ ਤਾਂ ਹੈ ਪਰ ਉਹ ਧਰਮ ਰੂਪੀ ਬਲਦ ਹੈ। ਲੋਕਾਂ ਨੇ ਕਿਹਾ ਮਹਾਰਾਜ ਧਰਮ ਪੈਦਾ ਕਿੱਥੋਂ ਹੁੰਦਾ ਹੈ? ਤੇ ਹਜੂਰ ਨੇ ਕਿਹਾ ਜਿਸ ਧਰਤੀ ਵਿੱਚ ਦਇਆ ਹੋਵੇਗੀ ਉੱਥੇ ਧਰਮ ਹੋਵੇਗਾ। ਜਿਸ ਘਰ ਵਿੱਚ ਸਾਧ ਸੰਗਤ ਦਇਆ ਨਹੀਂ ਉੱਥੇ ਕਦੇ ਵੀ ਧਰਮ ਨਹੀਂ ਪੈਦਾ ਹੋ ਸਕਦਾ। ਸਾਧ ਸੰਗਤ ਜੀ, ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਜ਼ਰੂਰ ਕਰਾਂਗਾ ਕਿ ਵੇਖੋ ਇਹ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਇਹ ਤੁਹਾਡੇ ਬਜ਼ੁਰਗਾਂ ਦੀ ਬਣਾਈ ਸੰਸਥਾ ਹੈ ਤੇ ਇਸ ਸੰਸਥਾ ਦੀਆਂ ਨੀਹਾਂ ਵਿੱਚ ਤੁਹਾਡੇ ਬਜ਼ੁਰਗਾਂ ਨੇ ਆਪਣਾ ਲਹੂ ਡੋਲਿਆ ਹੈ, ਆਪਣੇ ਸਿਰ ਦਿੱਤੇ ਹੋਏ ਨੇ ਔਰ ਇਹਦੀਆਂ ਇਮਾਰਤਾਂ ਤਾਂ ਹੀ ਅੱਜ ਖੜੀਆਂ ਹਨ। ਜਦੋਂ ਤੁਸੀਂ ਇਸ ਸੰਸਥਾ ਦਾ ਇਤਿਹਾਸ ਪੜ੍ਹੋਗੇ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਝਬਾਲ ਦਾ ਰਹਿਣ ਵਾਲਾ ਸਰਦਾਰ ਸਰਮੁਖ ਸਿੰਘ ਜਿਹੜਾ ਸਿੱਖਾਂ ਦੀ ਪੰਥਕ ਪਾਰਟੀ ਦਾ ਪਹਿਲਾ ਪ੍ਰਧਾਨ ਬਣਿਆ, ਜਿਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਆਪਣੀ ਤੇ ਆਪਣੇ ਭਰਾਵਾਂ ਦੀ ਜ਼ਮੀਨ ਜਾਇਦਾਦ ਕੁਰਕ ਕਰਵਾਈ। ਯਾਦ ਰੱਖਿਓ 40 ਲੱਖ ਜੁਰਮਾਨਾ ਭਰਿਆ ਉਹਨਾਂ ਦਿਨਾਂ 'ਚ ਆਪਣੇ ਆਗੂਆਂ ਨੇ। ਤੇ ਇਹ ਉਹ ਸਮਾਂ ਸੀ 1920 ਦੀ ਧਰਤੀ ਜਦੋਂ 500 ਰੁਪਏ ਵਿੱਚ ਇੱਕ ਪਿੰਡ ਮੁੱਲ ਖਰੀਦਿਆ ਜਾ ਸਕਦਾ ਸੀ। ਕਿੰਨੇ ਜੁਰਮਾਨੇ ਭਰੇ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਫੇਰ ਕਿਤੇ ਜਾ ਕੇ ਇਹ ਸੰਸਥਾ ਹੋਂਦ ਵਿੱਚ ਆਈ। ਕਹਿੰਦੇ ਨੇ ਕਿ ਝਬਾਲ ਦੇ ਇਹ ਤਿੰਨੇ ਭਰਾ ਤੇ ਇਹਨਾਂ ਦੀ ਮਾਤਾ ਆਪਣੇ ਘਰ ਵਿੱਚ ਬਹਿ ਕੇ ਪੀੜ੍ਹੀ ਤੇ ਪ੍ਰਸ਼ਾਦਾ ਤਿਆਰ ਕਰ ਰਹੀ ਸੀ। ਚੌਂਕੇ ਵਿੱਚ ਬਹਿ ਕੇ ਅੰਗਰੇਜ਼ ਸਰਕਾਰ ਨੇ ਤਹਿਸੀਲਦਾਰ ਨੂੰ ਭੇਜਿਆ ਕਿ ਤੂੰ ਜਾ ਕੇ ਝਬਾਲੀਆਂ ਦੇ ਘਰ, ਬਾਬਾ ਬਘੇਲ ਸਿੰਘ ਦੇ ਵਾਰਸਾਂ ਦੇ ਘਰ, ਤੇ ਉਹਨਾਂ ਨੂੰ ਜਾ ਕੇ ਕਹਿ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਬਜਿੱਦ ਨਾ ਹੋਵੋ, ਪੰਥ ਦੀ ਗੱਲ ਨਾ ਕਰੋ, ਨਹੀਂ ਤੇ ਤੁਹਾਡਾ ਘਰ ਤੇ ਤੁਹਾਡੀ ਸਾਰੀ ਜਾਇਦਾਦ ਜਿਹੜੀ ਇਹ ਕੁਰਕ ਕਰ ਦੇਵਾਂਗਾ, ਕਿਉਂਕਿ ਮੈਂ ਤਹਿਸੀਲਦਾਰ ਅੰਗਰੇਜ਼ ਦਾ ਹੁਕਮ ਮੰਨ ਕੇ ਤੁਹਾਡੇ ਘਰ ਆਇਆ। ਉਹ ਤਿੰਨੇ ਭਰਾ ਘਰ ਨਹੀਂ ਸੀ। ਸਰਦਾਰ ਸਰਮੁਖ ਸਿੰਘ ਜੀ ਝਬਾਲਣੀ ਤੇ ਉਹਨਾਂ ਦੀ ਮਾਤਾ ਪੀੜ੍ਹੀ ਤੇ ਬਹਿ ਕੇ ਲੰਗਰ ਤਿਆਰ ਕਰ ਰਹੀ ਸੀ। ਉਸ ਤਹਿਸੀਲਦਾਰ ਨੇ ਆ ਕੇ ਕਿਹਾ, ਮਾਂ ਆਪਣੇ ਪੁੱਤਰਾਂ ਨੂੰ ਸਮਝਾ, ਉਹ ਐਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਟ ਲਾਈ ਫਿਰਦੇ ਨੇ, ਨਹੀਂ ਤੇ ਮੈਂ ਤੇਰੇ ਘਰ ਦੀ ਤੇ ਤੇਰੀ ਜ਼ਮੀਨ ਦੀ ਨਿਲਾਮੀ ਕਰ ਦਿਆਂਗਾ। ਮਾਤਾ ਨੇ ਕਿਹਾ, ਤਹਿਸੀਲਦਾਰ ਨੂੰ ਕਹਿਣ ਲੱਗੀ, ਅਫਸਰਾ ਮੈਨੂੰ ਕੋਈ ਪਰਵਾਹ ਨਹੀਂ। ਤੇ ਅੱਗਿਓਂ ਤਹਿਸੀਲਦਾਰ ਕਹਿਣ ਲੱਗਾ, ਮਾਤਾ ਸ਼ਾਇਦ ਤੈਨੂੰ ਨਹੀਂ ਪਤਾ ਕਿ ਕੁਰਕੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪੀੜ੍ਹੀ ਤੇ ਬਹਿ ਕੇ ਤੂੰ ਰੋਟੀ ਤਿਆਰ ਕਰ ਰਹੀ ਹੈ, ਇਹ ਪੀੜ੍ਹੀ ਜਿੰਨੀ ਜਗ੍ਹਾ ਵੀ ਤੇਰੇ ਘਰ ਵਿੱਚ ਤੇਰੀ ਮਾਲਕੀ ਨਹੀਂ ਰਹੇਗੀ। ਜਦੋਂ ਇਹ ਸ਼ਬਦ ਸੁਣੇ, ਸਰਦਾਰ ਸਰਮੁਖ ਸਿੰਘ ਝਬਾਲ ਦੀ ਮਾਤਾ ਨੇ ਆਪਣੇ ਥੱਲਿਓਂ ਪੀੜ੍ਹੀ ਕੱਢ ਕੇ ਭੁਆ ਕੇ ਮਾਰੀ ਤੇ ਨਾਲ ਇਹ ਸ਼ਬਦ ਕਹੇ, ਅੰਗਰੇਜ਼ ਦੇ ਟੋਡੀਆ, ਪੀੜ੍ਹੀ ਜਿੰਨੀ ਥਾਂ ਬਚਾ ਕੇ ਤੂੰ ਚਾਹੁੰਦਾ ਮੈਂ ਆਪਣੇ ਪੁੱਤਾਂ ਦੀ ਜ਼ਮੀਰ ਖਰੀਦ ਲਵਾਂ, ਐਸਾ ਹਰਗਿਜ਼ ਨਹੀਂ ਹੋ ਸਕਦਾ। ਮੇਰੇ ਪੁੱਤ ਪੰਥ ਨੂੰ ਸਮਰਪਿਤ ਨੇ, ਮੇਰੇ ਪੁੱਤਰ ਪੰਥ ਦੀ ਸੰਸਥਾ ਨੂੰ ਸਮਰਪਿਤ ਨੇ। ਤੇ ਮੈਂ ਕਹਿੰਦਾ ਜਿਹੜੇ ਵੀਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ, ਮੈਨੇਜਰ, ਸਕੱਤਰ ਸਾਹਿਬਾਨ ਤੱਕ ਜਿਹੜੇ ਆਪ ਜਾ ਕੇ ਗੁਰੂ ਕੇ ਲੰਗਰਾਂ ਦੀ ਹੜਾਂ ਵਿੱਚ ਜਾ ਕੇ ਸੇਵਾ ਕਰ ਰਹੇ ਨੇ, ਇਹਨਾਂ ਦੇ ਵਿੱਚੋਂ ਸਰਦਾਰ ਸਰਮੁਖ ਸਿੰਘ ਝਬਾਲ ਦਾ ਅੱਜ ਵੀ ਸਾਧ ਸੰਗਤ ਜੀ ਰੂਪ ਦਿਸਦਾ ਪਿਆ ਹੈ।
ਅੱਜ ਪੰਜਾਬ ਦੀ ਧਰਤੀ ਤੇ ਹੜ੍ਹ ਆਇਆ ਹੋਇਆ ਹੈ। ਪਾਣੀ ਨੇ ਸਾਧ ਸੰਗਤ ਜੀ ਤਬਾਹੀ ਮਚਾਈ ਹੋਈ ਹੈ। ਪਿਛਲੇ ਸਮੇਂ ਤੁਸੀਂ ਇੱਕ ਪੰਜਾਬ ਦੇ ਵੱਡੇ ਸਿਆਸੀ ਆਗੂ ਦਾ ਬਿਆਨ ਪੜ੍ਹਿਆ ਸੀ। ਉਹਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਸ਼੍ਰੋਮਣੀ ਗੋਲਕ ਕਮੇਟੀ ਰੱਖ ਦੇਣਾ ਚਾਹੀਦਾ ਹੈ, ਤੇ ਨਾਲ ਬਹੁਤ ਟਿਚਰਾਂ ਤੇ ਮਖੌਲ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਸੰਗਤ ਗੋਲਕਾਂ ਵਿੱਚ ਮਾਇਆ ਨਾ ਪਾਵੇ ਤੇ ਯਾਦ ਰੱਖਣਾ ਕੋਈ ਵੀ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਹ ਮੈਂਬਰ ਬਣਨ ਲਈ ਤਿਆਰ ਨਾ ਰਵੇ। ਅੱਜ ਮੈਂ ਇਸ ਮੰਚ ਤੋਂ ਮਾਣ ਨਾਲ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਗੋਲਕਾਂ ਵਾਲੇ ਵੀ ਹਾਂ ਤੇ ਅਸੀਂ ਲੰਗਰਾਂ ਵਾਲੇ ਵੀ ਹਾਂ। ਸਤਿਕਾਰਯੋਗ ਸਾਧ ਸੰਗਤ, ਇਸ ਹੜ੍ਹ ਦੇ ਦਰਮਿਆਨ ਜਿੰਨੀ ਵੱਡੀ ਸੇਵਾ ਤੇ ਜਿੰਨੀ ਵੱਡੀ ਪਹਿਲ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ, ਅੱਜ ਤੱਕ ਸ਼ਾਇਦ ਕਿਸੇ ਸੰਸਥਾ ਨੇ ਜਾਂ ਕਿਸੇ ਸਰਕਾਰ ਨੇ ਨਹੀਂ ਕੀਤੀ। ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਗੁਰੂ ਘਰ ਨੇ, ਲੋਕਲ ਕਮੇਟੀਆਂ ਨੇ, ਉਥੋਂ ਦੇ ਸਾਧ ਸੰਗਤ ਸੇਵਾਦਾਰ ਮੈਨੇਜਰ ਉਹ ਇੱਕ ਆਮ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣ ਕੇ ਤੇ ਵਲੰਟੀਅਰ ਸਾਧ ਸੰਗਤ ਜੀ ਉਹ ਪਿੰਡੋਂ ਪਿੰਡ ਹੜ੍ਹਾਂ ਵਿੱਚ ਜਿਹੜੇ ਘਿਰੇ ਹੋਏ ਸਾਡੇ ਗਰੀਬ ਵਿਚਾਰੇ ਲਾਚਾਰ ਲੋਕ ਨੇ ਉਹਨਾਂ ਦੀ ਬਾਹ ਫੜਦੇ ਪਏ ਨੇ ਤੇ ਉਹਨਾਂ ਤੱਕ ਲੰਗਰ ਪਹੁੰਚਾਉਂਦੇ ਪਏ ਹਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਹੈ ਕਿ ਧੌਲ ਧਰਮ ਦਇਆ ਕਾ ਪੂਤ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਤੇ ਲੋਕਾਂ ਨੇ ਕਿਹਾ ਇਹ ਧਰਤੀ ਇੱਕ ਬਲਦ ਦੇ ਸਿੰਘਾਂ ਤੇ ਖੜੀ ਹੈ। ਮਹਾਰਾਜ ਨੇ ਕਿਹਾ ਬਲਦ ਤਾਂ ਹੈ ਪਰ ਉਹ ਧਰਮ ਰੂਪੀ ਬਲਦ ਹੈ। ਲੋਕਾਂ ਨੇ ਕਿਹਾ ਮਹਾਰਾਜ ਧਰਮ ਪੈਦਾ ਕਿੱਥੋਂ ਹੁੰਦਾ ਹੈ? ਤੇ ਹਜੂਰ ਨੇ ਕਿਹਾ ਜਿਸ ਧਰਤੀ ਵਿੱਚ ਦਇਆ ਹੋਵੇਗੀ ਉੱਥੇ ਧਰਮ ਹੋਵੇਗਾ। ਜਿਸ ਘਰ ਵਿੱਚ ਸਾਧ ਸੰਗਤ ਦਇਆ ਨਹੀਂ ਉੱਥੇ ਕਦੇ ਵੀ ਧਰਮ ਨਹੀਂ ਪੈਦਾ ਹੋ ਸਕਦਾ। ਸਾਧ ਸੰਗਤ ਜੀ, ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਜ਼ਰੂਰ ਕਰਾਂਗਾ ਕਿ ਵੇਖੋ ਇਹ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਇਹ ਤੁਹਾਡੇ ਬਜ਼ੁਰਗਾਂ ਦੀ ਬਣਾਈ ਸੰਸਥਾ ਹੈ ਤੇ ਇਸ ਸੰਸਥਾ ਦੀਆਂ ਨੀਹਾਂ ਵਿੱਚ ਤੁਹਾਡੇ ਬਜ਼ੁਰਗਾਂ ਨੇ ਆਪਣਾ ਲਹੂ ਡੋਲਿਆ ਹੈ, ਆਪਣੇ ਸਿਰ ਦਿੱਤੇ ਹੋਏ ਨੇ ਔਰ ਇਹਦੀਆਂ ਇਮਾਰਤਾਂ ਤਾਂ ਹੀ ਅੱਜ ਖੜੀਆਂ ਹਨ। ਜਦੋਂ ਤੁਸੀਂ ਇਸ ਸੰਸਥਾ ਦਾ ਇਤਿਹਾਸ ਪੜ੍ਹੋਗੇ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਝਬਾਲ ਦਾ ਰਹਿਣ ਵਾਲਾ ਸਰਦਾਰ ਸਰਮੁਖ ਸਿੰਘ ਜਿਹੜਾ ਸਿੱਖਾਂ ਦੀ ਪੰਥਕ ਪਾਰਟੀ ਦਾ ਪਹਿਲਾ ਪ੍ਰਧਾਨ ਬਣਿਆ, ਜਿਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਆਪਣੀ ਤੇ ਆਪਣੇ ਭਰਾਵਾਂ ਦੀ ਜ਼ਮੀਨ ਜਾਇਦਾਦ ਕੁਰਕ ਕਰਵਾਈ। ਯਾਦ ਰੱਖਿਓ 40 ਲੱਖ ਜੁਰਮਾਨਾ ਭਰਿਆ ਉਹਨਾਂ ਦਿਨਾਂ 'ਚ ਆਪਣੇ ਆਗੂਆਂ ਨੇ। ਤੇ ਇਹ ਉਹ ਸਮਾਂ ਸੀ 1920 ਦੀ ਧਰਤੀ ਜਦੋਂ 500 ਰੁਪਏ ਵਿੱਚ ਇੱਕ ਪਿੰਡ ਮੁੱਲ ਖਰੀਦਿਆ ਜਾ ਸਕਦਾ ਸੀ। ਕਿੰਨੇ ਜੁਰਮਾਨੇ ਭਰੇ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਫੇਰ ਕਿਤੇ ਜਾ ਕੇ ਇਹ ਸੰਸਥਾ ਹੋਂਦ ਵਿੱਚ ਆਈ। ਕਹਿੰਦੇ ਨੇ ਕਿ ਝਬਾਲ ਦੇ ਇਹ ਤਿੰਨੇ ਭਰਾ ਤੇ ਇਹਨਾਂ ਦੀ ਮਾਤਾ ਆਪਣੇ ਘਰ ਵਿੱਚ ਬਹਿ ਕੇ ਪੀੜ੍ਹੀ ਤੇ ਪ੍ਰਸ਼ਾਦਾ ਤਿਆਰ ਕਰ ਰਹੀ ਸੀ, ਚੌਂਕੇ ਵਿੱਚ ਬਹਿ ਕੇ। ਅੰਗਰੇਜ਼ ਸਰਕਾਰ ਨੇ ਤਹਿਸੀਲਦਾਰ ਨੂੰ ਭੇਜਿਆ ਕਿ ਤੂੰ ਜਾ ਕੇ ਝਬਾਲੀਆਂ ਦੇ ਘਰ, ਬਾਬਾ ਬਘੇਲ ਸਿੰਘ ਦੇ ਵਾਰਸਾਂ ਦੇ ਘਰ, ਤੇ ਉਹਨਾਂ ਨੂੰ ਜਾ ਕੇ ਕਹਿ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਬਜਿੱਦ ਨਾ ਹੋਵੋ, ਪੰਥ ਦੀ ਗੱਲ ਨਾ ਕਰੋ, ਨਹੀਂ ਤੇ ਤੁਹਾਡਾ ਘਰ ਤੇ ਤੁਹਾਡੀ ਸਾਰੀ ਜਾਇਦਾਦ ਜਿਹੜੀ ਇਹ ਕੁਰਕ ਕਰ ਦੇਵਾਂਗਾ, ਕਿਉਂਕਿ ਮੈਂ ਤਹਿਸੀਲਦਾਰ ਅੰਗਰੇਜ਼ ਦਾ ਹੁਕਮ ਮੰਨ ਕੇ ਤੁਹਾਡੇ ਘਰ ਆਇਆ। ਉਹ ਤਿੰਨੇ ਭਰਾ ਘਰ ਨਹੀਂ ਸੀ। ਸਰਦਾਰ ਸਰਮੁਖ ਸਿੰਘ ਜੀ ਝਬਾਲਣੀ ਤੇ ਉਹਨਾਂ ਦੀ ਮਾਤਾ ਪੀੜ੍ਹੀ ਤੇ ਬਹਿ ਕੇ ਲੰਗਰ ਤਿਆਰ ਕਰ ਰਹੀ ਸੀ। ਉਸ ਤਹਿਸੀਲਦਾਰ ਨੇ ਆ ਕੇ ਕਿਹਾ, ਮਾਂ ਆਪਣੇ ਪੁੱਤਰਾਂ ਨੂੰ ਸਮਝਾ, ਉਹ ਐਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਟ ਲਾਈ ਫਿਰਦੇ ਨੇ, ਨਹੀਂ ਤੇ ਮੈਂ ਤੇਰੇ ਘਰ ਦੀ ਤੇ ਤੇਰੀ ਜ਼ਮੀਨ ਦੀ ਨਿਲਾਮੀ ਕਰ ਦਿਆਂਗਾ। ਮਾਤਾ ਨੇ ਕਿਹਾ, ਤਹਿਸੀਲਦਾਰ ਨੂੰ ਕਹਿਣ ਲੱਗੀ, ਅਫਸਰਾ ਮੈਨੂੰ ਕੋਈ ਪਰਵਾਹ ਨਹੀਂ। ਤੇ ਅੱਗਿਓਂ ਤਹਿਸੀਲਦਾਰ ਕਹਿਣ ਲੱਗਾ, ਮਾਤਾ ਸ਼ਾਇਦ ਤੈਨੂੰ ਨਹੀਂ ਪਤਾ ਕਿ ਕੁਰਕੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪੀੜ੍ਹੀ ਤੇ ਬਹਿ ਕੇ ਤੂੰ ਰੋਟੀ ਤਿਆਰ ਕਰ ਰਹੀ ਹੈ, ਇਹ ਪੀੜ੍ਹੀ ਜਿੰਨੀ ਜਗ੍ਹਾ ਵੀ ਤੇਰੇ ਘਰ ਵਿੱਚ ਤੇਰੀ ਮਾਲਕੀ ਨਹੀਂ ਰਹੇਗੀ। ਜਦੋਂ ਇਹ ਸ਼ਬਦ ਸੁਣੇ, ਸਰਦਾਰ ਸਰਮੁਖ ਸਿੰਘ ਝਬਾਲ ਦੀ ਮਾਤਾ ਨੇ ਆਪਣੇ ਥੱਲਿਓਂ ਪੀੜ੍ਹੀ ਕੱਢ ਕੇ ਭੁਆ ਕੇ ਮਾਰੀ ਤੇ ਨਾਲ ਇਹ ਸ਼ਬਦ ਕਹੇ, ਅੰਗਰੇਜ਼ ਦੇ ਟੋਡੀਆ, ਪੀੜ੍ਹੀ ਜਿੰਨੀ ਥਾਂ ਬਚਾ ਕੇ ਤੂੰ ਚਾਹੁੰਦਾ ਮੈਂ ਆਪਣੇ ਪੁੱਤਾਂ ਦੀ ਜ਼ਮੀਰ ਖਰੀਦ ਲਵਾਂ, ਐਸਾ ਹਰਗਿਜ਼ ਨਹੀਂ ਹੋ ਸਕਦਾ। ਮੇਰੇ ਪੁੱਤ ਪੰਥ ਨੂੰ ਸਮਰਪਿਤ ਨੇ, ਮੇਰੇ ਪੁੱਤਰ ਪੰਥ ਦੀ ਸੰਸਥਾ ਨੂੰ ਸਮਰਪਿਤ ਨੇ। ਤੇ ਮੈਂ ਕਹਿੰਦਾ ਜਿਹੜੇ ਵੀਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ, ਮੈਨੇਜਰ, ਸਕੱਤਰ ਸਾਹਿਬਾਨ ਤੱਕ ਜਿਹੜੇ ਆਪ ਜਾ ਕੇ ਗੁਰੂ ਕੇ ਲੰਗਰਾਂ ਦੀ ਹੜਾਂ ਵਿੱਚ ਜਾ ਕੇ ਸੇਵਾ ਕਰ ਰਹੇ ਨੇ, ਇਹਨਾਂ ਦੇ ਵਿੱਚੋਂ ਸਰਦਾਰ ਸਰਮੁਖ ਸਿੰਘ ਝਬਾਲ ਦਾ ਅੱਜ ਵੀ ਸਾਧ ਸੰਗਤ ਜੀ ਰੂਪ ਦਿਸਦਾ ਪਿਆ ਹੈ।